ਸਾਡੇ ਮਾਧਿਅਮ ਰਾਹੀਂ ਤੁਹਾਡੇ ਤੱਕ ਜਿਨ੍ਹਾਂ ਦੀ ਗੱਲਬਾਤ ਪਹੁੰਚਾਵਾਂਗੇ। ਨਵਨੀਤ ਤੇ ਮਨਪ੍ਰਿਆ ਮੇਰੇ ਨਾਲ ਮੌਜੂਦ ਨੇ। ਇੱਕ ਬ੍ਰਾਂਡ ਦਾ ਨਾਮ ਜਿਸ ਦਾ ਨਾਮ ਕੇਕ ਇੰਡੀਆ ਦੱਸਿਆ ਜਾ ਰਿਹਾ। ਇਹਨਾਂ ਨੇ ਨਾਮਣਾ ਖੱਟਿਆ ਸਮਾਜ ਦੇ ਵਿੱਚ। ਕੇਕ ਬਣਾਉਂਦੀਆਂ ਨੇ ਦੋਵੇਂ ਹੀ ਬਹੁਤ ਪਿਆਰੀਆਂ ਨੇ, ਬੜੀਆਂ ਹੀ ਸਮਝਦਾਰ ਨੇ, ਸੁਲਝੀਆਂ ਹੋਈਆਂ ਨੇ। ਐਜ਼ ਐਨ ਐਂਟਰਪ੍ਰੈਨਿਓਰ ਕਿਵੇਂ ਇਹਨਾਂ ਨੇ ਸਮਾਜ ਦੇ ਵਿੱਚ ਆਪਣਾ ਨਾਮ ਬਣਾਇਆ, ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਤੇ ਕੇਕ ਬਣਾਉਣ ਨੂੰ ਹੀ ਆਪਣਾ ਕਿੱਤਾ ਕਿਉਂ ਚੁਣਿਆ ਹੈ, ਅੱਜ ਗੱਲਬਾਤ ਕਰਾਂਗੇ। ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੁਹਾਨੂੰ, ਖਾਸ ਤੌਰ ਤੇ ਉਹਨਾਂ ਕੁੜੀਆਂ ਨੂੰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੋ ਦਾਇਰੇ ਸਮਾਜ ਨੇ ਉਹਨਾਂ ਲਈ ਬਣਾਏ ਹੋਏ ਨੇ, ਉਹਨਾਂ ਦਾਇਰਿਆਂ ਨੂੰ ਕ੍ਰਾਸ ਕਰਨਾ ਜਾਂ ਦਾਇਰੇ ਜਿਹੜੇ ਨੇ ਉਹਨਾਂ ਨੂੰ ਤੋੜਨਾ, ਜਿਹੜੇ ਅੜਿੱਕੇ ਆਉਂਦੇ ਨੇ, ਜਿਹੜੇ ਸਟੀਰੀਓਟਾਈਪਸ ਜਿਹਨੂੰ ਕਹਿੰਦੇ ਆ ਆਪਾਂ, ਤਾਂ ਉਹਨਾਂ ਨੂੰ ਬ੍ਰੇਕ ਕਰਨਾ, ਉਹਨਾਂ ਨੂੰ ਤੋੜਨਾ ਇੱਕ ਪਾਪ ਹੈ। ਤਾਂ ਕੁੜੀਆਂ ਨੂੰ ਹੱਕ ਹੈਗੇ ਨੇ, ਹੱਕ ਮਿਲੇ ਹੋਏ ਨੇ, ਉਹਨਾਂ ਹੱਕਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਤੇ ਅੱਜ ਗੱਲਬਾਤ ਦੋਵਾਂ ਨਾਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇ ਪਾਤਰ ਹੋ ਤੁਸੀਂ ਦੋਵੇਂ, ਬਹੁਤ ਬੋਲਡ, ਬਰੇਵ, ਇੰਟੈਲੀਜੈਂਟ, ਸਮਝਦਾਰ, ਸੁਲਝੀਆਂ ਹੋਈਆਂ ਕੁੜੀਆਂ ਜਿਨ੍ਹਾਂ ਨੇ ਅੱਜ ਸਾਨੂੰ ਬਹੁਤ ਕੁਝ ਸਿਖਾ ਵੀ ਦੇਣਾ ਹੈ। ਤਾਂ ਸ਼ੁਰੂਆਤ ਫਾਊਂਡਰ ਤੇ ਕੋ ਫਾਊਂਡਰ ਮੇਰੇ ਨਾਲ ਬੈਠੀ ਹੋਈ ਹੈ। ਮਨਪ੍ਰਿਆ ਫਾਊਂਡਰ ਹੈ ਤੇ ਨਵਨੀਤ ਕੋ ਫਾਊਂਡਰ ਹੈ। ਮਨਪ੍ਰਿਆ, ਕਦੋਂ ਸ਼ੁਰੂਆਤ ਹੋਈ ਸੀ ਕੇਕ ਇੰਡੀਆ ਦੀ? 5 ਸਾਲ ਪਹਿਲਾਂ ਸ਼ੁਰੂਆਤ ਹੋਈ ਸੀ। ਮੈਂ ਬਾਹਰੋਂ ਵਾਪਸ ਆਈ ਸੀ ਪੜ੍ਹ ਪੁੜ ਕੇ, ਅਤੇ ਮੇਰੇ ਪਾਪਾ ਬ੍ਰੈਡ ਸਿੱਖ ਕੇ ਆਏ ਸੀ ਬਣਾਉਣੀਆਂ, ਅਤੇ ਉਹਨਾਂ ਨੇ ਮੈਨੂੰ ਸੀਗਾ ਮੈਂ ਫੀਚਰ ਫਿਲਮ ਬਣਾਉਣੀ ਹੈ ਅਤੇ ਮੈਨੂੰ ਪੈਸੇ ਇਕੱਠੇ ਕਰਨੇ ਸੀ ਉਹਦੇ ਲਈ, ਅਤੇ ਮੈਨੂੰ ਸੀਗਾ ਕਿ ਮੈਂ ਆਪ ਪੈਸੇ ਇਕੱਠੇ ਕਰਾਂ। ਬੋਂਬੇ ਨਹੀਂ ਜਾਣਾ ਚਾਹੁੰਦੀ ਸੀ ਮੈਂ। ਉਹ ਤੋਂ ਮੈਂ ਮੰਮੀ ਨਾਲ ਪਹਿਲਾਂ ਮੇਕਅਪ ਕਰਨਾ ਸਿੱਖਣਾ ਸ਼ੁਰੂ ਕੀਤਾ। ਫਿਰ ਪਾਪਾ ਕਹਿੰਦੇ ਤੂੰ ਮੇਰੀ ਹੈਲਪ ਕਿਉਂ ਨਹੀਂ ਕਰਾ ਦਿੰਦੀ ਬ੍ਰੈਡ ਬਣਾਉਣ 'ਚ। ਬ੍ਰੈਡ ਬਰੂਡ ਬਣਾਉਣੀ ਸਿੱਖੀ। ਮੇਰਾ ਬ੍ਰਦਰ ਵੀ ਬ੍ਰੈਡ ਬਣਾ ਰਿਹਾ ਸੀ, ਬ੍ਰੈਡ ਬਣਾਉਣੀ ਸ਼ੁਰੂ ਕੀਤੀ। ਫਿਰ ਉਹਨਾਂ ਨੂੰ ਹੋਇਆ ਕਿ ਨਾ, ਉਹਨਾਂ ਨੇ ਬੈਂਗਲੌਰ ਕਿਤੇ ਵੱਡਾ ਸ਼ੇਰ ਬਣਿਆ ਦੇਖਿਆ ਸੀ ਕੇਕ 'ਚ। ਉਹਨਾਂ ਨੇ ਕਿਹਾ ਆਪਾਂ ਵੀ ਐਵੇਂ ਬਣਾਵਾਂਗੇ। ਉਹਨਾਂ ਨੇ ਕਿਸੇ ਨੂੰ ਬੁਲਾ ਲਿਆ ਸਾਨੂੰ ਸਿਖਾਉਣ ਲਈ। 10-15 ਦਿਨ ਲਈ ਉਹ ਆਏ ਸਾਨੂੰ ਸਿਖਾਉਣ ਲਈ। ਬਾਕੀ ਸਾਰੇ ਤਾਂ ਪਿੱਛੇ ਹੋ ਗਏ, ਇਕੱਲੀ ਮੈਂ ਹੀ ਰਹਿ ਗਈ ਜਿਹੜੀ ਕੇਕ ਚਲਾਉਣਾ ਸ਼ੁਰੂ ਕਰਤਾ। ਮੈਂ ਸਿੱਖਿਆ ਉਹਨਾਂ ਤੋਂ ਅੱਗੇ, ਫਿਰ ਮਾਰ ਕੇ ਮੱਥਾ 2-4 ਕੁੜੀਆਂ ਨਾਲ ਲਗਾਈਆਂ, ਔਰ ਹੌਲੀ ਹੌਲੀ ਇੱਕ ਆਰਡਰ ਆਉਂਦਾ ਸੀ ਹਫਤੇ ਦਾ। ਫਿਰ ਹੌਲੀ ਹੌਲੀ ਹੁਣ ਇੱਕ ਦਿਨ ਦੇ ਪਤਾ ਹੀ ਨਹੀਂ। ਹਾਂ, ਪਤਾ ਹੀ ਨਹੀਂ। ਹੁਣ ਆਪਾਂ ਬੈਠੇ ਹਾਂ ਸਵੇਰ ਦੇ, ਪਤਾ ਹੀ ਨਹੀਂ ਕਿੱਧਰ ਕੀ ਚੱਲੀ ਜਾ ਰਿਹਾ। ਦੋਵੇਂ ਫਰੈਂਡਸ ਹੋ ਤੁਸੀਂ, ਹੈ ਨਾ? ਸਹੀ। ਕਿਵੇਂ ਮੁਲਾਕਾਤ ਹੋਈ ਤੁਹਾਡੇ ਦੋਵਾਂ ਦੀ? ਮੇਰੀ ਕਜ਼ਨ ਸਿਸਟਰ ਦੀ ਕਲਾਸਮੇਟ ਹੈ ਇਹ। ਓਕੇ। ਤਾਂ ਕਾਮਨ ਮਿਊਚੁਅਲ ਫਰੈਂਡਸ, ਹੈਲੋ ਹਾਈ। ਪਰ ਇੰਨਾ ਵਿਸ਼ਵਾਸ ਕਿਵੇਂ ਬਣ ਗਿਆ ਕਿ ਬਿਜ਼ਨਸ ਦੇ ਵਿੱਚ ਲਾਈਕ ਦੋਵੇਂ ਪਾਰਟਨਰਸ ਹੋ ਤੁਸੀਂ, ਦੋਵੇਂ ਇਕੱਠੇ ਇੱਕ ਕੇਕ ਇੰਡੀਆ ਨੂੰ ਚਲਾ ਰਹੇ ਹੋ। ਇੰਨਾ ਵੱਡਾ ਤੁਹਾਡਾ ਪਲੈਟਫਾਰਮ ਬਣ ਚੁੱਕਿਆ ਕਿ ਇੱਥੇ 30 ਦੇ ਕਰੀਬ ਲੇਡੀਜ਼ ਨੂੰ ਤੁਸੀਂ ਇੰਪਲੋਇਮੈਂਟ ਦਿੱਤੀ ਹੋਈ ਹੈ ਨਾ, ਕੰਮ ਦਿੱਤਾ ਹੋਇਆ। ਤਾਂ ਦੋਵੇਂ ਇੱਕੋ ਥਾਟ ਪ੍ਰੋਸੈਸ ਦੇ ਨਾਲ ਕਿਵੇਂ ਚੱਲ ਰਹੇ ਹੋ? ਗੋਡ ਸੈਂਟ ਸੀਗਾ, ਮਤਲਬ ਇਹ ਚਿਪਕ ਜਾਂਦੀ ਨਵਨੀਤ, ਸਟਿਕ ਹੋ ਜਾਂਦੀ ਹੈ। ਸਾਨੂੰ ਬੇਸਿਕਲੀ ਚੰਡੀਗੜ੍ਹ 'ਚ ਕੈਫੇ ਖੋਲ੍ਹਣਾ ਸੀ। ਇੱਕ ਹੋਰ ਫਤੂਰ ਜਾਗਿਆ ਸੀਗਾ ਕੇਕ ਸਿੱਖਣ ਤੋਂ ਬਾਅਦ। ਫਤੂਰ ਜਾਗਿਆ ਕਿ ਕੈਫੇ ਖੋਲਾਂਗੇ ਸੈਕਟਰ 10 'ਚ। ਜਗ੍ਹਾ ਸਾਨੂੰ ਚਾਹੀਦੀ ਸੀ ਚੰਡੀਗੜ੍ਹ 'ਚ, ਅਤੇ ਇਹ ਚੰਡੀਗੜ੍ਹ ਤੋਂ ਸੀਗੀ। ਮੈਨੂੰ ਕਹਿਤਾ, ਮੈਂ ਕਿਹਾ ਹੈਲਪ ਕਰਾ ਦੇ ਸਾਡੀ। ਐਂਡ ਇਹ ਬੜੀ ਜੈਨਰਸਲੀ ਇਹਨੇ ਆ ਕੇ ਕਿਹਾ ਹਾਂਜੀ ਬਿਲਕੁਲ। ਇਹਨੇ ਕੈਫੇ 'ਚ ਹੈਲਪ ਕਰਵਾਈ। ਦਿੱਲੀ ਰਹਿੰਦੀ ਸੀ ਉਸ ਟਾਈਮ 'ਤੇ ਇਹ। ਫਿਰ ਉੱਥੇ ਮਾਲ ਮੂਲ ਸੋਰਸ ਕਰਨਾ ਕੈਫੇ ਲਈ, ਲਾਈਟਾਂ ਲੂਈਟਾਂ ਕਰਨੀਆਂ, ਆਪ ਚਲੀ ਜਾਂਦੀ ਸੀ ਸਦਰ ਬਾਜ਼ਾਰ। ਸਾਡਾ ਸਾਰੀ ਸੋਰਸਿੰਗ ਫਿਰ ਇਹਨੇ ਇਕੱਲੀ ਨੇ ਉੱਥੇ ਕਰਾਈ। ਇੰਨਾ ਡੈਡੀਕੇਟਿਵਲੀ, ਜੇ ਕੋਈ ਬਿਨਾਂ ਪੈਸੇ ਅਸੀਂ ਦਿੰਦੇ ਨਹੀਂ ਸਾਡੇ ਕੋਲ। ਹਾਂ, ਸੈਲਫਲੈਸਲੀ ਪੈਸੇ ਥੋੜ੍ਹਾ ਨਾ ਸਾਡੇ ਕੋਲ ਸੀਗੇ ਹੀ ਨਹੀਂ, ਦਿੰਦੇ ਕਿੱਥੋਂ। ਅਤੇ ਇਹਨੇ ਫਰੀ 'ਚ ਬਹੁਤ ਮਤਲਬ ਹੈਲਪ ਕਰਾਈ। ਹਾਲੇ ਤੱਕ ਮੈਨੂੰ ਸੁਣਾਉਂਦੀ ਹੁੰਦੀ ਹੈ ਕਿ ਤੂੰ ਮੇਰਾ ਬਹੁਤ ਚੁਕਾਣਾ ਹੈ। ਉਹਦੀ ਰੀਪੇਮੈਂਟ ਹੈ ਪਾਰਟਨਰਸ਼ਿਪ। ਨੋਟ ਡਾਊਨ ਕਰ ਰਹੇ ਹੋ ਡਾਇਰੀ? ਮਤਲਬ ਲਿਖੀ ਹੋਈ ਹੈ ਹੋਣੀ ਹੁਣ ਤਾਂ ਡਾਇਰੀ। ਹਾਂਜੀ, ਮੈਂ ਕਿਹਾ ਪਾਰਟਨਰਸ਼ਿਪ ਤੋਂ ਸ਼ੁਰੂ ਕਰਦੇ, ਬਾਕੀ ਬਾਅਦ 'ਚ ਕਰ ਲਾਂਗੇ ਅਕਾਊਂਟ। ਨਵਨੀਤ, ਤੁਸੀਂ ਘਰ ਛੱਡਿਆ ਹੋਇਆ ਆਪਣਾ ਮਨਪ੍ਰਿਆ ਦੇ ਪਿੱਛੇ, ਕਹਿ ਲਓ ਕੇਕ ਇੰਡੀਆ ਦੇ ਪਿੱਛੇ। ਹਾਂਜੀ ਹਾਂਜੀ। ਪਰਿਵਾਰ ਕਿੱਥੇ ਹੈ? ਮੇਰੀ ਫੈਮਿਲੀ ਸਾਰੀ ਚੰਡੀਗੜ੍ਹ ਹੀ ਰਹਿੰਦੀ ਹੈ, ਅਤੇ ਰੈਜ਼ਿਸਟੈਂਸ ਸੀਗੀ ਉਹਨਾਂ ਦੀ ਵੀ ਪਹਿਲਾਂ ਕਿ ਦਿੱਲੀ ਪੜ੍ਹ ਰਹੀ ਹੈ ਤੂੰ। ਮੈਂ ਕੰਪਿਊਟਰ ਐਪਲੀਕੇਸ਼ਨਸ ਕੀਤੀ ਸੀਗੀਆਂ। ਮੈਂ ਹੁਣ ਸੋਫਟਵੇਅਰ ਇੰਜੀਨੀਅਰ ਹੋਣਾ ਸੀਗਾ, ਬਟ ਮੈਂ ਚੂਜ਼ ਕੀਤਾ ਨਾ ਕਰਨਾ। ਮੈਂ ਤਾਂ ਇਨਫੈਕਟ ਕੀ ਕਹਿੰਦੇ ਆਪਣਾ ਆਈ ਡਿਡਨਟ ਈਵਨ ਸਿਟ ਫॉर ਜੋਬ ਇੰਟਰਵਿਊਜ਼। ਮੈਂ ਬੈਠੀ ਨਹੀਂ ਜੋਬ ਇੰਟਰਵਿਊਜ਼, ਕਿਉਂਕਿ ਉਹ ਤਾਂ ਐਵੇਂ ਹੀ ਕਰ ਲਿਆ ਸੀ, ਭੇਡ ਚਾਲ 'ਚ ਕਰ ਲਿਆ ਸੀਗਾ। ਅੱਛਾ, ਲੋਕ ਆ ਕਰ ਰਹੇ ਸੀਗੇ, ਮੈਂ ਵੀ ਕਰ ਲੈਂਦੀ ਹਾਂ। ਅਤੇ ਬਹੁਤ ਰੈਜ਼ਿਸਟੈਂਸ ਆਈ ਕਿ ਹਾਂ ਤੂੰ ਕੇਕ ਬਣਾਏਂਗੀ ਹੁਣ। ਮੈਂ ਕਿਹਾ ਕੇਕ ਤਾਂ ਮੈਨੂੰ ਹਾਲੇ ਵੀ ਨਹੀਂ ਬਣਾਉਣਾ ਆਉਂਦਾ, ਤੁਹਾਨੂੰ ਓਨੈਸਟਲੀ ਦੱਸਾਂ, ਮੈਨੂੰ ਕੇਕ ਬਣਾਉਣਾ ਨਹੀਂ ਆਉਂਦਾ, ਮੈਨੂੰ ਵੇਚਣਾ ਆਉਂਦਾ। ਬਟ ਹੌਲੀ ਮੈਂ ਵੀ ਡਟੀ ਰਹੀ। ਮੇਰੇ ਪੇਰੈਂਟਸ ਨੇ ਜਦ ਰੈਜ਼ਿਸਟੈਂਸ ਦਿਖਾਈ, ਉਹ ਤੋਂ ਬਾਅਦ ਮੈਂ ਕਿਹਾ ਕਿ ਮੇਰੇ 'ਤੇ ਥੋੜ੍ਹਾ ਜਿਹਾ ਵਿਸ਼ਵਾਸ ਕਰ ਲਓ, ਇੰਨਾ ਟਾਈਮ ਦਿਓ ਮੈਨੂੰ। ਅਤੇ ਜਦੋਂ ਉਹਨਾਂ ਨੂੰ ਦਿਖਿਆ ਕਿ ਕੰਮ ਦੇਖੋ ਇੰਨਾ ਵੱਧ ਰਿਹਾ ਹੈ, ਇੰਨੀ ਕੁੜੀਆਂ ਇੰਪਲੋਇਡ ਹੈ ਨਾਲ ਸਾਡੇ, ਇੰਨੇ ਸਾਰੇ ਲੋਕ ਜੁੜੇ ਹੋਏ ਹੈ। ਕੇਕ ਇੰਡੀਆ ਜਾਣਿਆ ਜਾਂਦਾ ਹੈ ਹੁਣ ਨਾਮ 'ਤੇ। ਮਨਪ੍ਰਿਆ ਔਰ ਮੈਨੂੰ ਚਾਹੇ ਨਾ ਜਾਣਨ ਲੋਕ, ਕੇਕ ਇੰਡੀਆ ਚੰਡੀਗੜ੍ਹ, ਲੁਧਿਆਣਾ, ਪਟਿਆਲਾ ਜਾਣਿਆ ਜਾਂਦਾ ਹੈ।
ਫਿਰ ਉਹਨਾਂ ਨੂੰ ਹੌਸਲਾ ਹੋ ਗਿਆ ਕਿ ਹਾਂ ਚਲੋ ਹੁਣ ਸਾਡੀ ਕੁੜੀ ਠੀਕ ਹੈ, ਕਿਤੇ Settle ਜਿੱਥੇ ਵੀ ਹੈ ਸੈੱਟ। ਕੀ ਵਰਸਟ ਕੀ ਸੁਣਿਆ ਹੋਇਆ ਸਭ ਤੋਂ ਗਲਤ ਕਮੈਂਟ ਜਿਹੜਾ ਹੁੰਦਾ ਹੈ, ਸਭ ਤੋਂ ਗਲਤ ਗੱਲ ਕਿਸੇ ਨੇ ਮੂੰਹੋਂ ਕੱਢ ਦਿੱਤੀ ਜਿਹੜੀ ਅੱਜ ਤੱਕ ਨਹੀਂ ਜਾਂਦੀ ਜ਼ਿਹਨ ਚੋਂ ਕਿ ਜੇ ਉਹ ਨਾ ਹੁੰਦਾ ਤਾਂ ਮੈਨੂੰ ਇਹ ਸਭ ਨਾ ਸੁਣਨਾ ਪੈਂਦਾ? ਇੱਕ ਵਾਰ ਸਾਡੀ ਪੇਮੈਂਟ ਨਹੀਂ ਆਈ ਸੀ। ਮੈਂ ਇੱਕ ਸਟੋਰੀ Sure, ਸ਼ੇਅਰ sure, ਕਰ ਹਾਂ, ਰਹੀ ਹਾਂ, ਹਾਂ। ਬਿਲਕੁਲ, ਜ਼ਰੂਰ ਇੱਕ ਵਾਰ ਸੁਣਾਓ। ਸਾਡੀ ਇੱਕ ਪੇਮੈਂਟ ਨਹੀਂ ਆਈ ਸੀਗੀ। ਉਹਨਾਂ ਨੇ ਕਿਸੇ ਕਲੱਬ 'ਚ ਮੰਗਾਇਆ ਸੀਗਾ ਕੇਕ ਸੀਗਾ 30,000 ਰੁਪਏ ਦਾ ਕੇਕ ਸੀਗਾ, ਕਾਫੀ ਵੱਡਾ ਕੇਕ, ਉੱਪਰ ਮੋਤੀ ਲੱਗਿਆ, ਕਾਫੀ ਐਕਸਪੈਂਸਿਵ, ਵੱਡਾ ਸਾਰਾ ਉਲਟਾ ਲਟਕਿਆ ਹੋਇਆ ਕੇਕ, ਸ਼ੈਂਡਲੀਅਰ ਕੇਕ ਸੀਗਾ। 30,000 ਦਾ ਕੇਕ ਸੀਗਾ, ਉਹਨਾਂ ਲਈ ਬਣਾਇਆ ਸੀਗਾ ਅਸੀਂ, ਕਾਫੀ ਡਿਫਿਕਲਟ ਡਿਜ਼ਾਈਨ। ਕਿਸੇ ਕਲੱਬ 'ਚ ਮੰਗਾਇਆ ਸੀਗਾ ਲੁਧਿਆਣੇ। ਸਾਨੂੰ ਸਿਰਫ ਨਾਮ ਪਤਾ ਸੀ ਉਹਨਾਂ ਨੂੰ, ਉਹਦਾ ਫਰਸਟ ਨੇਮ ਬੇਸਿਸ ਤੇ ਹੀ ਸੀਗੇ ਅਸੀਂ, ਤੇ ਅਸੀਂ ਦਿੱਤੇ, ਡਿਲੀਵਰੀ ਦਿੱਤੀ, ਉਹਨਾਂ ਨੇ ਕੁਝ ਪੈਸੇ ਦਿੱਤੇ, ਪੈਸੇ ਆ ਗਏ ਘੱਟ। ਡਰਾਈਵਰ, ਰਾਤ ਦੀ ਪਾਰਟੀ ਸੀਗੀ, ਡਰਾਈਵਰ ਵੀ ਥੱਕੇ ਹੋਏ ਸੀਗੇ। ਜਦ ਉਹਨਾਂ ਨੇ ਮੈਨੂੰ ਆ ਕੇ ਕੈਸ਼ ਦਿੱਤਾ ਰਾਤ ਨੂੰ, ਮੈਂ ਕਿਹਾ ਇਹਦੇ 'ਚ ਤਾਂ 10,000 ਰੁਪਏ ਘੱਟ ਹੈ। ਕਹਿੰਦਾ ਸੌਰੀ ਦੀਦੀ, ਸੌਰੀ ਦੀਦੀ। ਮੈਂ ਕਿਹਾ ਚੱਲ ਕੋਈ ਨਾ, ਅਸੀਂ ਫੋਨ ਕਰਦੇ ਹਾਂ। ਫੋਨ ਕੀਤਾ, ਮੈਂ ਕਿਹਾ ਤੁਸੀਂ ਕਿੰਨੇ ਪੈਸੇ ਭੇਜੇ ਸੀਗੇ? ਕਹਿੰਦੇ ਇੰਨੇ ਪੈਸੇ। ਮੈਂ ਕਿਹਾ ਹਾਂ 10,000 ਘੱਟ ਹੀ ਭੇਜੇ ਨਾ ਤੁਸੀਂ? ਕਹਿੰਦਾ ਹਾਂ ਘੱਟ ਹੀ ਗਏ ਆ ਤੁਹਾਡੇ ਕੋਲ, ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਸਵੇਰੇ ਭਿਜਵਾ ਦੂੰਗਾ ਪੈਸੇ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਰਾਤ ਨੂੰ ਟੈਨਸ਼ਨ ਨਾਲ ਨੀਂਦ ਤਾਂ ਆਈ ਨਹੀਂ ਕਿ 10,000 ਰੁਪਏ ਘੱਟ ਹੈ। ਉਸ ਟਾਈਮ 10,000 ਰੁਪਏ ਬਹੁਤ ਅਮਾਊਂਟ ਸੀਗੀ। ਹਾਂਜੀ, ਤੇ ਸਟਾਰਟ ਵੀ ਨਹੀਂ, 3 ਸਾਲ ਪਹਿਲਾਂ ਦੀ ਗੱਲ ਹੈ ਇਹ। ਉਸ ਟਾਈਮ ਵੀ ਬਹੁਤ ਲੱਗਦੇ ਸੀ 10,000 ਰੁਪਏ। ਫਿਰ ਪੂਰੀ ਰਾਤ ਨਹੀਂ ਸੋਏ ਟੈਨਸ਼ਨਾਂ 'ਚ। ਸਵੇਰੇ ਮੈਂ ਫੋਨ ਕਰਨਾ ਸ਼ੁਰੂ ਕੀਤਾ, ਫੋਨ ਨਾ ਚੱਕਣ। ਮੇਰੇ ਕੋਲ ਆਲਟਰਨੇਟ ਨੰਬਰ ਸੀਗਾ ਉਹਦੀ ਵਾਈਫ ਦਾ, ਉਹ ਵੀ ਨਾ ਫੋਨ ਚੱਕਣ। ਤੁਸੀਂ ਇਮੈਜਿਨ ਕਰੋ 30-40 ਫੋਨ ਕਾਲਸ ਤੋਂ ਬਾਅਦ ਸਾਡਾ ਫੋਨ ਚੱਕਿਆ। ਮੈਂ ਕਿਹਾ ਸਾਡੀ ਪਲੀਜ਼ ਪੇਮੈਂਟ ਕਰਾ ਦਿਓ। ਮੈਂ ਪ੍ਰੀਟੈਂਡ ਵੀ ਕੀਤਾ ਕਿ ਮੈਂ ਸੈਕਟਰੀ ਬੋਲ ਰਹੀ ਹਾਂ ਇਹਨਾਂ ਦੀ, ਜੇ ਤੁਸੀਂ ਮੈਨੂੰ ਪੈਸੇ ਨਹੀਂ ਦਓਗੇ ਤੇ ਮੇਰੀ ਤਨਖਾਹ 'ਚੋਂ ਕੱਟੇ ਜਾਣਗੇ, ਕਿਉਂਕਿ ਇਮੋਸ਼ਨਲ ਡਰਾਮਾ ਹੀ ਕਰ ਸਕਦੇ ਸੀ। ਹੁਣ ਕੀ ਕਰ ਸਕਦੇ ਹੋ, ਆਪਣੇ ਪੈਸੇ ਕਢਵਾਉਣੇ ਵੀ ਕਿਵੇਂ ਔਖੇ ਹੋਏ ਆ। ਤੇ ਕੋਈ ਐਡਰੈਸ ਨਹੀਂ, ਕੁਝ ਨਹੀਂ ਕਰ ਸਕਦੇ ਅਸੀਂ, ਸਿਰਫ ਫੋਨ ਨੰਬਰਸ ਹੈ, ਫੋਨ ਨੰਬਰਸ ਨਾਲ ਕੀ ਕਰ ਲੂੰਗੇ। ਕਹਿੰਦਾ ਹਾਂ ਕਹਿੰਦੀ ਕਿ ਉਹਨੇ ਆਪਣੇ ਹਸਬੈਂਡ ਤੋਂ ਗੱਲ ਕਰਾਈ, ਹੀ ਵਾਸ ਸਲੀਪਿੰਗ। 12-1 ਵਜੇ ਸੀਗੇ, ਉਹ ਹਲੇ ਵੀ ਸੋ ਰਹੇ ਸੀਗੇ। ਫੋਨ ਚੱਕਿਆ, ਹਾਂ ਤੁਸੀਂ, ਮੈਂ ਭੇਜ ਦੂੰਗਾ, ਫੋਨ ਭੇਜ ਦੂੰਗਾ। ਫਿਰ ਫੋਨ ਕੱਟਿਆ, ਫਿਰ ਉਹਨੇ ਵੀ ਫੋਨ ਚੱਕਣਾ ਬੰਦ ਕਰਤਾ। ਫਿਰ ਮੇਰਾ ਰੋਣਾ ਸ਼ੁਰੂ ਹੋਇਆ, ਕਿਉਂਕਿ ਜਦ ਤੁਸੀਂ ਕੁਝ ਕਰ ਨਹੀਂ ਸਕਦੇ, ਕੋਈ ਆਊਟਲੈਟ ਨਹੀਂ ਮਿਲ ਰਿਹਾ, ਕੀ ਕਰੋਗੇ? ਰੋ ਹੀ ਸਕਦੇ ਹੋ। ਹੁਣ ਰੋਣਾ ਸ਼ੁਰੂ ਹੋਇਆ, ਉਹ ਵੀ ਗੁੱਸੇ 'ਚ, ਐਗਨੀ 'ਚ ਕਿ ਹਾਂ ਹੁਣ ਕਰ ਹੀ ਨਹੀਂ ਸਕਦੇ ਕੁਝ। ਫਿਰ ਮੈਂ ਟਰੂ ਕਾਲਰ ਤੇ ਗਈ, ਮੈਂ ਦੇਖਿਆ ਉਹਦਾ ਨਾਮ ਫਲਾਣਾ ਨਾਮ, ਨੀਚੇ ਉਹਦੀ ਕੰਪਨੀ ਦਾ ਨਾਮ ਲਿਖਿਆ ਹੋਇਆ ਸੀਗਾ। ਦੁਕਾਨ ਸੀ ਉਹਨਾਂ ਦੀ ਕਿਤੇ, ਦੁਕਾਨ ਸੀਗੀ। ਫਿਰ ਉਹ ਗੂਗਲ ਤੇ ਪਾਈ, ਗੂਗਲ ਤੇ ਪਾ ਕੇ ਪਤਾ ਚੱਲਿਆ ਕਿ ਉਹਨਾਂ ਦੀ ਇਸ ਸਿਟੀ 'ਚ, ਖੰਨੇ 'ਚ ਫੋਰ ਐਗਜ਼ਾਮਪਲ, ਖੰਨੇ 'ਚ ਉਹਨਾਂ ਦੀ ਇਸ ਨਾਮ ਦੀ ਸ਼ਾਪ ਹੈ, ਪਤਾ ਚੱਲਿਆ। ਫਿਰ ਫੋਨ ਕੀਤਾ ਉਸ ਸ਼ਾਪ ਤੇ, ਉਹਨਾਂ ਦਾ ਨਾਮ ਲਿੱਤਾ ਕਿ ਉਹ ਆਏ ਹੈ ਟੂ ਵੈਰੀਫਾਈ ਕਿ ਸੇਮ ਹੀ ਜਗ੍ਹਾ ਤੋਂ ਮੈਂ ਕਾਲ ਕਰ ਰਹੀ, ਕਿਤੇ ਗਲਤ ਜਗ੍ਹਾ ਤੇ ਤਾਂ ਨਹੀਂ ਕਾਲ ਕਰ ਰਹੀ। ਕਹਿੰਦਾ ਨਹੀਂ ਉਹ ਆਏ ਨਹੀਂ, ਸ਼ਾਮ ਨੂੰ ਆਉਣਗੇ। ਉਸ ਟਾਈਮ ਮੈਨੂੰ ਪਤਾ ਚੱਲ ਗਿਆ ਕਿ ਹਾਂ ਕੁਝ ਐਡਰੈਸ ਮਿਲ ਗਿਆ ਹੁਣ ਸਾਨੂੰ। ਫੋਨ ਫੇਰ ਕਰਨੇ ਸ਼ੁਰੂ ਕੀਤੇ, ਨਹੀਂ ਚੱਕਿਆ। ਸ਼ਾਮ ਨੂੰ ਮੈਨੂੰ ਆਇਆ ਗੁੱਸਾ, ਮੈਂ ਕਿਹਾ ਮੈਨੂੰ ਚੱਲੀਏ। 2 ਘੰਟੇ ਅਸੀਂ ਡਰਾਈਵ ਕਰਕੇ ਉਸ ਲੋਕੇਸ਼ਨ ਤੇ ਗਏ। ਰਾਸਤੇ 'ਚ ਅਸੀਂ ਗੱਲ ਕਰ ਰਹੇ ਹਾਂ, ਇਹਦੇ ਪੇਰੈਂਟਸ ਨੂੰ ਫੋਨ ਕੀਤਾ ਸੀ ਅਸੀਂ ਕਿ ਥਾਣੇ 'ਚ ਜੇ ਮਿਲੇ ਨਾ ਅਸੀਂ, ਪਲੀਜ਼ ਸਾਨੂੰ ਕਢਾਉਣ ਆ ਜਾਓ, ਠੀਕ ਹੈ, ਕਲੇਸ਼ ਹੋ ਸਕਦਾ ਹੈ, ਤਾਂ ਸਰਪ੍ਰਾਈਜ਼ ਨਾ ਹੋਇਓ ਤੁਸੀਂ। ਅੱਛਾ, ਪਤਾ ਸੀ ਕਿ ਥਾਣੇ ਤੱਕ ਗੱਲ ਪਹੁੰਚ। ਅਸੀਂ ਇਹ ਸੋਚਿਆ ਸੀਗਾ ਕਿ ਜਦ ਤੱਕ ਉਹ ਸਾਡੇ ਪੈਸੇ ਨਹੀਂ ਦੇਣਗੇ ਅਸੀਂ ਬਾਹਰ ਧਰਨਾ ਲਾ ਲਾਂਗੇ। ਹਾਂ, ਕਿ ਉਧਰ ਬੈਠ ਜਾਾਂਗੇ ਅਸੀਂ ਆਪਣੇ ਡਰਾਈਵਰ, ਕਿਉਂਕਿ ਉਹਨਾਂ ਨੇ ਕਿਹਾ ਸੀ ਤੁਹਾਡੇ ਡਰਾਈਵਰ ਨੇ ਚੱਕੇ ਨੇ ਜੀ, ਮੈਂ ਤਾਂ ਪੂਰੇ ਦਿੱਤੇ ਸੀ। ਬਾਅਦ 'ਚ ਜਦ ਕਿ book ਉਹਨਾਂ ਨੇ ਕਰ ਗਏ ਸੀ। ਰਾਤ ਨੂੰ ਇਹਨੂੰ ਫੋਨ ਤੇ ਕਿਹਾ ਕਿ 10,000 ਮੈਂ ਘੱਟ ਦਿੱਤੇ ਨੇ, ਕਹਿੰਦੇ ਨਹੀਂ ਤੁਹਾਡੇ ਡਰਾਈਵਰ ਨੇ ਸੁੱਟ ਤੇ। ਫਿਰ ਅਸੀਂ ਡਰਾਈਵਰ ਨੂੰ ਵੀ ਫੋਨ ਕਰ ਲਿਆ ਵੀ ਤੂੰ ਪਹੁੰਚ, ਰਾਤ ਦਾ ਟਾਈਮ ਸੀਗਾ, ਅਸੀਂ ਰਾਤ ਨੂੰ ਪਹੁੰਚ ਗਏ ਸੀ ਉੱਥੇ। ਮੇਰੇ ਘਰਦਿਆਂ ਨੂੰ ਪਤਾ ਵੀ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ, ਕੁਝ ਨਹੀਂ ਨਾ ਉਹਨਾਂ ਨੇ ਪੁੱਛਿਆ। ਮੈਂ ਮੰਮੀ ਬਾਅਦ 'ਚ ਫੋਨ ਕਰ ਰਹੇ ਕਿੱਥੇ ਆ, ਮੈਂ ਕਿਹਾ ਅਸੀਂ ਪੈਸੇ ਕਢਾਉਣ ਜਾ ਰਹੇ ਹਾਂ ਆਪਣੇ। ਅਸੀਂ ਪਹੁੰਚੇ, ਫਿਰ ਅਸੀਂ ਉੱਥੇ ਬੈਠੇ ਰਹੇ, ਸਾਰੇ ਤੱਕਣ ਲੱਗੇ ਕਿ ਕੁੜੀਆਂ ਰਾਤ ਵੇਲੇ, ਰੰਗੀਨ ਵਾਲ ਸੀ ਉਸ ਟਾਈਮ, ਮੇਰੇ ਲਾਲ ਸੀਗੇ, ਮੇਰੇ ਨੀਲੇ ਵਾਲ ਸੀ, ਪਤਾ ਨਹੀਂ ਕਿਹੋ ਜਿਹੇ ਵਾਲ ਸੀ। ਕੁੜੀਆਂ ਇਹ ਇੱਥੇ ਆ ਕੇ ਬੈਠ ਗਈਆਂ ਸਾਡੇ ਕੋਲ, ਸਾਨੂੰ ਤਾਂ ਲੱਗਿਆ ਸੀ ਕੁਝ ਨਹੀਂ ਕਰ ਪਾਣਗੀਆਂ ਫੋਨ ਤੇ। ਅਸੀਂ ਉੱਥੇ ਗਏ ਕਿ ਫਲਾਣੇ ਬੰਦੇ ਤੋਂ ਗੱਲ ਕਰਾਓ ਸਾਡੀ, ਅਸੀਂ ਪੇਮੈਂਟ ਲੈਣ ਆਏ ਆ। ਉੱਥੇ ਦੇਖ ਕੇ ਸ਼ੌਕ ਕਿ ਇਹਨਾਂ ਨੂੰ ਕਿਵੇਂ ਪਤਾ ਚੱਲਿਆ, ਉਹਦੇ ਤੋਤੇ ਉੜ ਗਏ ਮੂੰਹ ਤੇ ਸਾਰਿਆਂ ਦੇ, ਮਤਲਬ ਸਾਰਿਆਂ ਨੂੰ ਪਤਾ ਸੀਗਾ ਕਿ ਕੁਝ ਹੋ। ਸਾਰੇ EMPLOYEE ਉਹਨਾਂ ਵੱਲ ਦੇਖਣ ਕਿ ਕਿਆ ਹੈ। ਪਹਿਲਾਂ ਤਾਂ ਉਹ ਕਹਿੰਦੇ ਕਿ ਆਪਣਾ ਹਿਸਾਬ ਲਿਖੋ ਇੱਧਰ, ਕਿ ਹਲੇ ਵੀ ਟਰਕਾਣਾ ਚਾਹੁੰਦੇ ਸੀਗੇ ਸਾਨੂੰ। ਤੁਸੀਂ ਇਮੈਜਿਨ ਕਰੋ, ਉਸ ਬੰਦੇ ਨੇ ਬਰਬਰੀ ਦੀ ਚੱਪਲ ਤਾਂ ਪਤਾ ਨਹੀਂ ਮੈਨੂੰ, ਬਟ ਬਰਬਰੀ ਦੀ ਸ਼ਰਟ ਪਾਈ, ਕਾਫੀ ਐਕਸਪੈਂਸਿਵ ਕੱਪੜੇ ਪਾਏ ਹੋਏ ਸੀਗੇ, ਤੇ ਉਹਦੇ 2 ਸ਼ੋਰੂਮ ਸੀਗੇ, ਇੱਕ ਜੁਐਲਰੀ ਦਾ,
ਇੱਕ ਸਾੜੀਆਂ ਦਾ ਇਕੱਠੇ ਤੇ ਕਾਫੀ ਦੇਰ ਟਰਕਾਉਣ ਦੀ ਕੋਸ਼ਿਸ਼ ਕੀਤੀ। ਫਿਰ ਜਦ EMPLOYEES ਉਹਨਾਂ ਨੂੰ ਇੱਧਰ ਉੱਧਰ ਦੇਖਣ ਲੱਗੇ ਕਿ ਕੀ ਹੋ ਰਿਹਾ, ਉਹਦੇ ਫਾਦਰ ਵੀ ਆ ਗਏ। ਫਿਰ ਉਹਨਾਂ ਨੇ ਸਾਨੂੰ ਕੈਸ਼ ਦਿੱਤਾ ਤੇ ਸਾਨੂੰ ਤੋੜਤਾ ਕਿ ਕਿਸੇ ਨੂੰ ਪਤਾ ਨਾ ਫਿਰ ਚੱਲ ਜਾਵੇ। ਇਨ ਦ ਈਗੋ ਆਫ ਦ ਮੇਲ ਈਗੋ ਇਸ ਤੋਂ ਬਾਅਦ ਨਾ ਕਹਿਣਾ ਮੈਂ ਤੁਹਾਨੂੰ ਦਿੱਤੇ ਨਹੀਂ ਪੈਸੇ। ਐਸਟੀਮੇਟ ਕੀਤਾ ਕਿਸੇ ਨੇ ਤੁਹਾਡੇ ਕੰਮ ਨੂੰ ਲੈ ਕੇ, ਤੁਹਾਡੇ ਪ੍ਰੋਫੈਸ਼ਨ ਨੂੰ ਲੈ ਕੇ, ਕਿਸੇ ਥਰਡ ਪਰਸਨ ਨੇ ਜੱਜ ਕੀਤਾ ਹੋਏ? ਸਾਨੂੰ ਇਹ ਗਿਆਨ ਦਿੱਤਾ ਜਾਂਦਾ ਹੈ ਕਿ ਜਿਵੇਂ ਸੈਲੀਬ੍ਰਿਟੀਜ਼ ਆ ਉਹਨਾਂ ਨੂੰ ਫ੍ਰੀ ਕੇਕ ਵੰਡੋ। ਅੱਛਾ, ਐਡਵਰਟਾਈਜ਼ਮੈਂਟ। ਹਾਂ, ਮੇਰੀ ਦੋਸਤ ਨੇ ਜਿਹੜੇ ਕਹਿੰਦੇ ਨੇ ਯਾਰ ਤੁਹਾਡੇ ਕੋਲ ਤਾਂ ਗਿੱਪੀ ਗਰੇਵਾਲ ਕੇਕ ਲੈਣ ਆਉਂਦਾ, ਤੁਸੀਂ ਉਹਨੂੰ ਫੋਨ ਕਰਕੇ ਕਹਿੰਦੇ ਕਿਉਂ ਨਹੀਂ ਕਿ ਉਹਨੂੰ ਕਹਿ ਦੇਵੇ ਕਿਸੇ ਹੋਰ ਨੂੰ ਕਿ ਕੇਕ ਅਸੀਂ ਫ੍ਰੀ 'ਚ ਦੇ ਦਾਂਗੇ, ਮੂਵੀ ਰਿਲੀਜ਼ ਦਾ ਕੇਕ ਫ੍ਰੀ 'ਚ ਦੇ ਦਾਂਗੇ। ਦੇ ਸਕਦੇ ਆ। ਦੇਖੋ ਅੱਜ ਅਸੀਂ ਪ੍ਰੋਬੇਬਲੀ ਇੰਟਰਵਿਊ ਕਰ ਰਹੇ ਹਾਂ ਜੇ, ਕਿਉਂਕਿ ਸਾਨੂੰ ਸੈਲੀਬ੍ਰਿਟੀਜ਼ ਨੂੰ ਕੇਕ ਦਿੰਦੇ 3-4 ਸਾਲ ਹੋ ਗਏ ਹੈ। ਜੇ ਅਸੀਂ ਐਵੇਂ ਕਰਨ ਲੱਗ ਜਾਂਦੇ, ਇਨਫਲੂਐਂਸਰਸ ਨੂੰ ਦੇਣ ਲੱਗ ਜਾਂਦੇ, ਬੜੀ ਵਧੀਆ ਮਾਰਕੀਟਿੰਗ ਸਟ੍ਰੈਟਜੀ ਹੈ, ਕੋਈ ਗਲਤ ਨਹੀਂ ਹੈ ਇਸ 'ਚ, ਬਟ ਫੇਅਰ ਹੈ। ਹਾਂ ਕਰਦੇ ਆ। ਕਿਆ ਸਾਡੇ ਰੈਗੂਲਰ ਕਸਟਮਰ ਨੂੰ ਫੇਅਰ ਹੈ ਉਹ ਗੱਲ? ਜਿਹੜਾ ਬੰਦਾ ਪੇ ਕਰ ਰਿਹਾ ਸਾਨੂੰ ਵਧੀਆ ਕੇਕ ਲੈਣ ਤੇ, ਜਿਹੜਾ ਬੰਦਾ ਮਹੀਨੇ 'ਚ 10-10 ਕੇਕ ਵੀ ਲੈ ਰਿਹਾ ਸਾਡੇ ਤੋਂ, ਉਹਦੇ ਲਈ ਫੇਅਰ ਕਿਵੇਂ ਹੋਗਾ? ਨਹੀਂ ਫਿਰ ਹਾਂਜੀ ਤੇ ਕੇਕ ਸਟੈਂਡ ਇਕੁਆਲਿਟੀ ਲਈ ਕਰਦਾ ਹੈ। ਫਰੀडम, ਇਕੁਆਲਿਟੀ, ਲਿਬਰੇਸ਼ਨ, ਆਹੀ ਤਿੰਨ ਸਾਡੇ ਪਿਲਰਸ ਹੈ, ਵੈਲਿਊਜ਼ ਹੈ ਸਾਡੀ ਕੰਪਨੀ ਦੀਆਂ। ਤਾਂ ਸਾਨੂੰ ਹੁੰਦਾ ਕਿ ਅਸੀਂ ਕਿਵੇਂ ਇਕੁਅਲ ਪੱਧਰ ਤੇ ਨਾ, ਅਸੀਂ ਮੂਸੇ ਵਾਲੇ ਦਾ ਕੇਕ ਕੀਤਾ ਸੀ, 2 ਕੇਕ ਕੀਤੇ ਸੀ, ਪੂਰੇ ਪੈਸੇ ਲਿੱਤੇ ਅਸੀਂ, ਪੂਰੇ ਪੈਸੇ ਲਿੱਤੇ ਆ। ਤਾਂ ਕਿਉਂ ਨਾ ਲਈਏ? ਤੁਹਾਡੇ ਕੋਲ ਤਾਂ ਨਹੀਂ ਦੇਣ ਨੂੰ, ਤੇ ਕਦੀ ਹੈ ਨਾ, ਤੁਸੀਂ ਤਾਂ ਅਫੋਰਡ ਕਰ ਸਕਦੇ ਹੋ। ਜਿਹੜਾ ਬੰਦਾ, मैं रियली कह रही हूँ, साडा है एक्सपेंसिव केक, एक्सपेंसिव इसलिए क्योंकि बाकी बेकरी वाले जो बेकरीज ते नॉर्मल केक्स मिलते नहीं वधिया मटीरियल यूज करते, नहीं सर्विस दे पा रहे जिहड़ी असीं दे पा रहे हैं, which is okay। आई थिंक वो केटर भी दूजी क्लास ਨੂੰ भी कर रहे हैं। लेकिन मैं देखे हैं लोग जिहड़े मतलब नहीं अफोर्ड कर पाते केक, लेकिन वो सेव अप करते हैं सिर्फ साडे तो केक लेने लई। बिल्कुल कि मैडम मैं तुहाडे तो केक, तुहाडे तो ही केक लेना है, मैं अगले साल जरूर लऊंगा, मैं पैसे जोड़ने शुरू करते हैं। ਅੱਛਾ, ਜਿਵੇਂ ਤੁਸੀਂ ਦੱਸਿਆ ਸਿੱਧੂ ਮੂਸੇਵਾਲੇ ਦੇ 2 ਕੇਕਸ ਹੈ, ਗਿੱਪੀ ਗਰੇਵਾਲ ਕੇਕ ਲੈਂਦਾ, ਤਾਂ ਐਡਿਕਸ਼ਨ ਹੈ ਇਹਨਾਂ ਸਟਾਰਸ ਨੂੰ ਜਿਹੜੇ ਆਪਣੀ ਇੰਡਸਟਰੀ ਦੇ ਲੋਕ ਨੇ? ਤੁਹਾਡੀ ਕੇਕ ਦੀ ਐਡਿਕਸ਼ਨ ਹੈਗੀ ਇਹਨਾਂ ਨੂੰ? ਵਧੀਆ ਲੱਗਦੇ ਹੋਣਗੇ ਤਾਂ ਹੀ ਮੰਗਾਉਂਦੇ ਹੈ, ਮੈਂ ਅਸਿਊਮ ਕਰ ਰਹੀ ਹਾਂ, ਕਿਉਂਕਿ ਉਹਨਾਂ ਦੇ ਗਿੱਪੀ ਗਰੇਵਾਲ ਕੌਣ ਹੈ ਹੋਰ ਇਸ ਤੋਂ ਇਲਾਵਾ ਮੂਸੇ ਵਾਲਾ ਤੇ ਗਿੱਪੀ? ਮੇਰੇ ਨਾ ਡਰਾਈਵਰ ਨੂੰ ਪਤਾ ਹੋਏਗਾ, ਸ਼ੈਰੀ, ਹਾਂਜੀ, ਕਿਉਂਕਿ ਬੂਟਾ ਸਿੰਘ ਨੂੰ ਪਤਾ ਹੁੰਦਾ ਕਿ ਇਹਨਾਂ ਦੇ ਘਰ ਗਿਆ ਜੀ, ਇਹਨਾਂ ਦੇ ਘਰ ਗਿਆ। ਬੂਟਾ ਸਿੰਘ ਦਾ ਫੋਟੋ ਵੀ ਬੜੀ ਖਿਚਾਉਂਦਾ ਹੋਣਾ ਹੈ ਕੇਕ ਫੜਾ ਕੇ ਨਾ, ਸਿਰਫ ਦੱਸ ਬੂਟਾ ਸਿੰਘ ਜੀ ਬਹੁਤ ਮੋਡੈਸਟ ਨੇ, ਉਹ ਮਤਲਬ ਦੱਸਦੇ ਹੀ ਨਹੀਂ। ਅੱਛਾ, ਅੱਧੇ ਟਾਈਮ ਤਾਂ ਅੱਛਾ, ਉਹ ਬੰਟੀ ਬੈਂਸ ਜੀ ਦੇ ਕੇਕ ਕਰ, ਬੰਟੀ ਬੈਂਸ ਜੀ ਦੇ ਕੇਕ ਘਰ ਕੇਕ ਜਾਂਦੇ ਸੀਗੇ, ਸਾਨੂੰ ਪਤਾ ਹੀ ਨਹੀਂ ਸੀਗਾ। ਫਿਰ ਉਹਨਾਂ ਨੇ ਮੂਸੇ ਵਾਲੇ ਦਾ ਕੇਕ ਕਰਵਾਇਆ ਸਾਡੇ ਤੋਂ। ਮੈਂ ਕਿਹਾ ਵਾਓ, ਦੇਖੋ ਇਹਨਾਂ ਨੇ ਸਾਡੇ ਤੋਂ, ਕਹਿੰਦੇ ਉਹ ਤਾਂ ਲੈਂਦੇ ਮੈਡਮ ਤੁਹਾਡੇ ਤੋਂ, ਉਹਦੇ ਬੱਚਿਆਂ ਦੇ ਕੇਕ ਇਧਰੋਂ ਹੀ ਤਾਂ ਜਾਂਦੇ। ਮੈਂ ਕਿਹਾ ਵਾਹ ਬੂਟਾ ਸਿੰਘ ਜੀ, ਤੁਸੀਂ ਪਹਿਲਾਂ ਦੱਸਿਆ ਨਹੀਂ, ਹੁਣ ਦੱਸ ਰਹੇ ਹੋ 2 ਸਾਲ ਬਾਅਦ। ਫਿਰ ਅਸੀਂ ਉਹਨਾਂ ਦੀ ਵਾਈਫ ਨੂੰ ਕਿਹਾ ਕਿ ਅਸੀਂ ਤੁਹਾਡੇ ਬੱਚਿਆਂ ਦੇ ਕੇਕ ਟੇਬਲਸ ਅਸੀਂ ਕੀਤੇ। ਉਹਨਾਂ ਨੂੰ ਨਹੀਂ ਪਤਾ ਸੀ ਵਾਈਫ ਨੂੰ ਕਿਹਾ, ਬੰਟੀ ਬੈਂਸ ਜੀ ਦੀ ਵਾਈਫ ਨੂੰ। ਠੀਕ ਹੈ, ਠੀਕ ਹੈ। ਉਹਨਾਂ ਨੂੰ ਆਪ ਹੀ ਨਹੀਂ ਪਤਾ ਸੀਗਾ। ਉਹਨਾਂ ਨੇ ਆਪਣੀ ਸੈਕਟਰੀ ਜਾਂ ਹੂਐਵਰ ਜਿਹੜੇ ਡੀਲ ਕਰਦੇ ਹਾਂ, ਉਹਨਾਂ ਤੋਂ ਮੇਰੀ ਗੱਲ ਹੁੰਦੀ ਸੀਗੀ, ਤੇ ਉਹਨਾਂ ਨੂੰ ਆਪ ਹੀ ਨਹੀਂ ਪਤਾ ਸੀ ਕੇਕ ਕਿੱਧਰੋਂ ਆਉਂਦਾ ਹੈ। ਅੱਛਾ, ਪਰ ਆਰਡਰ ਸਾਡੇ ਤੋਂ ਹੀ ਕਰਦੇ ਸੀ। ਤੁਹਾਨੂੰ ਇਹ ਨਹੀਂ ਪਤਾ ਸੀ ਕੇਕ ਜਾਂਦਾ ਕਿੱਥੇ? ਨਹੀਂ ਪਤਾ ਹੁੰਦਾ, ਕਿਉਂਕਿ ਇਹੀ ਹੁੰਦਾ ਨਾ, ਕੰਮ ਇਦਾਂ ਦਾ ਕਰੋ ਤੁਹਾਨੂੰ ਪਬਲਿਸਿਟੀ ਦੀ ਲੋੜ ਨਾ ਪਏ। ਜਦੋਂ ਕੰਮ ਤੁਹਾਡਾ ਲੋਕਾਂ ਤੱਕ ਪਹੁੰਚੇ ਤਾਂ ਲੋਕ ਪਬਲਿਸਿਟੀ ਕਰਨ, ਯਾਨੀ ਕਿ ਬਾਅਦ ਦੇ ਵਿੱਚ, ਜਿਵੇਂ ਹੁਣ ਡਿਸਕਲੋਜ਼ ਹੋਇਆ ਕਿ ਮੂਸੇ ਵਾਲੇ ਤੱਕ ਕੇਕ ਜਾ ਰਿਹਾ, ਹੁਣ ਲੋਕ ਕਹਿਣਗੇ ਕਿ ਚਲੋ ਕੇਕ ਇੰਡੀਆ ਤੋਂ ਕਰੋ ਆਰਡਰ, ਹੈ ਨਾ। ਮੂਸੇ ਵਾਲਾ ਬਾਰ-ਬਾਰ ਕੇਕ ਕਿਉਂ ਮੰਗਾ ਰਿਹਾ? ਗਿੱਪੀ ਗਰੇਵਾਲ, ਬੰਟੀ ਬੈਂਸ, ਹੈ ਨਾ। ਤਾਂ ਖੁਸ਼ੀ ਹੁੰਦੀ ਹੋਣੀ ਹੈ, ਠੀਕ ਹੈ, ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਤੁਹਾਡੀਆਂ ਗੱਲਾਂ ਸੁਣ ਕੇ, ਤੁਹਾਡਾ ਕੰਮ ਦੇਖ ਕੇ, ਜਾਂ ਜਿਸ ਤਰ੍ਹਾਂ ਦਾ ਪ੍ਰੋਜੈਕਟ ਲਿਆਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਜਿਸ ਤਰ੍ਹਾਂ ਲੋਕਾਂ ਨੂੰ ਘਰ ਦੇਣ ਦੀ, ਇੱਕ ਰਹਿਣ ਬਸੇਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਇੱਕ ਚੰਗਾ ਲਾਈਫ ਸਟਾਈਲ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਇੱਕ ਛੋਟੀ ਜਿਹੀ ਫਿਕਰ ਕਿ ਇਹਨਾਂ ਨੇ ਕਦੇ ਫਰੂਟ ਨਹੀਂ ਖਾਧਾ, ਤੋਂ ਇਹਨਾਂ ਨੂੰ ਘਰ ਕਦੋਂ ਮਿਲੇਗਾ, ਇੰਨੀ ਫਿਕਰ ਜਿਹੜੀ ਤੁਸੀਂ ਆਪਣੇ ਸਟਾਫ ਦੀ ਕਰ ਰਹੇ ਹੋ। ਮੈਨੂੰ ਨਹੀਂ ਲੱਗਦਾ, ਬਹੁਤ ਘੱਟ ਲੋਕਾਂ ਦੀ ਅਜਿਹੀ ਸੋਚ ਹੁੰਦੀ ਹੈ, ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜਿਹੜੇ ਹਿਊਮੈਨਿਟੀ ਦੇ ਲਈ ਕੰਮ ਕਰਦੇ ਨੇ, ਇਨਸਾਨੀਅਤ ਦੇ ਲਈ ਕੰਮ ਕਰਦੇ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇਸ ਲਾਈਨ ਦਾ ਜ਼ਿਕਰ ਕੀਤਾ ਸੀਗਾ, ਪਹਿਲਾਂ ਵੀ ਮੈਂ ਇਹ ਗੱਲ ਕਹੀ ਸੀ ਕਿ ਇਨਸਾਨ ਹਰ ਘਰ ਪੈਦਾ ਹੋ ਜਾਂਦਾ ਹੈ, ਪਰ ਇਨਸਾਨੀਅਤ ਕਿਸੇ ਵਿਰਲੇ ਘਰ ਪੈਦਾ ਹੁੰਦੀ ਹੈ। ਤਾਂ ਇਨਸਾਨੀਅਤ ਦੀ ਇੱਕ ਹੋਰ ਬੜੀ ਖੂਬਸੂਰਤ ਮਿਸਾਲ ਹੈ ਦੋਵੇਂ ਸਹੇਲੀਆਂ, ਇਹ ਜੋੜੀ ਜਿਹੜੀ ਹੈ ਇਸੇ ਤਰ੍ਹਾਂ ਸਲਾਮਤ ਰਹੇ, ਇਸੇ ਤਰ੍ਹਾਂ ਮਿਲ ਕੇ ਕੰਮ ਕਰੋ ਸਮਾਜ ਦੇ ਵਿੱਚ, ਆਪਣਾ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੋ। ਤਾਂ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਇੰਨੇ ਬਿਜ਼ੀ ਤੁਹਾਡਾ ਟਾਈਮ ਟੇਬਲ ਬਹੁਤ, ਮੈਂ ਸਮਝ ਸਕਦੀ ਹਾਂ, ਹੈਕਟਿਕ ਰਹਿੰਦਾ, ਵਿੱਚੋਂ ਸਮਾਂ ਕੱਢ ਕੇ ਤੁਸੀਂ ਮਿਲੇ ਹੋ। ਤਾਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ
ਬੇਕਰੀ ਦੀਆਂ ਤਸਵੀਰਾਂ ਜਿੱਥੇ ਕੇਕਸ ਤਿਆਰ ਹੋ ਰਹੇ ਨੇ, ਪਰ ਗੱਲਬਾਤ ਦੇ ਵਿੱਚ, ਮੁਲਾਕਾਤ ਦੇ ਵਿੱਚ ਫਿਲਹਾਲ ਦੀਆਂ ਗੱਲਾਂ 'ਚ ਬਸ ਇੰਨਾ ਹੀ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ।